ਜਦੋਂ ਇਹ ਘਟਨਾ ਵਾਪਰੀ ਸੀ ਉਸ ਵੇਲੇ 11 ਸਿੱਖਾਂ ਨੂੰ ਮਾਰ ਕੇ ਪੁਲਿਸ ਨੇ ਇਨਾਮ ਵੀ ਹਾਸਲ ਕੀਤੇ ਸਨ, ਵਾਹੋ-ਵਾਹੀ ਵੀ ਬਟੋਰੀ ਸੀ ਅਤੇ ਮੀਡੀਆ ਨੇ ਉਹਨਾਂ ਦੀ ਤਾਰੀਫ ਵਿੱਚ ਬਹੁਤ ਕੁਝ ਛਾਪਿਆ ਸੀ। ਪਰ CBI ਦੀ ਜਾਂਚ ਅਤੇ UP ਸਿੱਖ ਪ੍ਰਤੀਨਿਧੀ ਬੋਰਡ ਡਾਕਟਰ ਗੁਰਮੀਤ ਸਿੰਘ ਤਿੰਨਾਂ ਦੇ ਉਪਰਾਲੇ ਸਦਕਾ ਇਹ ਕੇਸ ਅੱਗੇ ਵਧਿਆ ਔਰ ਇਸ ਵਿੱਚ ਜਦੋਂ 57 ਦੋਸ਼ੀਆਂ ਦੇ ਵਿੱਚੋਂ 47 ਦੋਸ਼ੀਆਂ ਨੂੰ ਉਮਰ ਕੈਦ ਹੋਈ, ਫਿਰ ਤਕਰੀਬਨ ਸਾਰੇ ਵੱਡੇ ਮੀਡੀਆ ਨੇ ਅੱਜ ਤੱਕ ABP ਨਿਊਜ਼, ਇੰਡੀਆ TV, ਇੰਡੀਆ 24/7 ਅਤੇ ਹੋਰ ਕਈ ਚੈਨਲਾਂ ਨੇ ਇਸ ਨਿਊਜ਼ ਨੂੰ ਜਿਸ ਵੇਲੇ ਹਾਈਲਾਈਟ ਕੀਤਾ ਤਾਂ ਹਿੰਦੁਸਤਾਨ ਦੇ ਲੋਕਾਂ ਨੂੰ ਇਹ ਆਮ ਜਾਣਕਾਰੀ ਪ੍ਰਾਪਤ ਹੋਈ ਕਿ ਸਿੱਖਾਂ ਦੇ ਉੱਤੇ ਇੱਕ ਕਿਤਨੀ ਵੱਡੀ ਤਰਾਸਦੀ ਔਰ ਕਿੰਨਾ ਵੱਡਾ ਜ਼ੁਲਮ ਉਸ ਵਕਤ ਦੇ ਜਿਹਨੂੰ ਅਸੀਂ ਦੇਸ਼ ਦੇ ਰਕਸ਼ਕ ਕਹਿੰਦੇ ਹਾਂ UP ਦੀ ਪੁਲਿਸ ਨੇ ਕੀਤਾ। ਸੋ ਉਸ ਬਾਰੇ ਉਸ ਵਕਤ ਮੀਡੀਆ ਨੇ ਇਹ ਸੰਸਾਰ ਦੇ ਸਾਹਮਣੇ ਲਿਆਂਦਾ। ਅੱਜ ਤਕਰੀਬਨ 31 ਸਾਲ ਬਾਅਦ ਜਿਸ ਵੇਲੇ ਉਹਨਾਂ ਦੋਸ਼ੀਆਂ ਨੂੰ ਸਜ਼ਾ ਹੋਈ ਹੈ ਤੇ ਜਿਨ੍ਹਾਂ ਉੱਤੇ ਇਹ ਜ਼ੁਲਮ ਕੀਤਾ ਗਿਆ ਸੀ ਉਹਨਾਂ ਵੱਲੋਂ ਇਸ ਮੁਕੱਦਮੇ ਦੀ ਹੁਣ ਤੱਕ ਜੋ ਗਵਾਹੀ ਵੀ ਦੇ ਰਹੇ ਨੇ, ਪੈਰਵੀ ਵੀ ਕਰ ਰਹੇ ਹਨ। ਸੋ ਆਓ ਉਹਨਾਂ ਦੇ ਨਾਲ ਆਪ ਜੀ ਦੀ ਮੁਲਾਕਾਤ ਕਰਾਉਂਦੇ ਹਾਂ, ਜਿਸ ਵਿੱਚ ਸਰਦਾਰ ਅਜੀਤ ਸਿੰਘ ਜੀ, ਬੀਬੀ ਸਵਰਨਜੀਤ ਕੌਰ ਤੇ ਬੀਬੀ ਬਲਵਿੰਦਰਜੀਤ ਕੌਰ ਨੇ। ਇਹਨਾਂ ਤਿੰਨਾਂ ਦੇ ਉਸ ਵਕਤ ਪਰਿਵਾਰ ਦੇ ਉੱਤੇ ਜਿਸ ਪ੍ਰਕਾਰ ਦੀ ਤਰਾਸਦੀ ਆਈ ਜਾਂ ਜੋ ਇਹਨਾਂ ਨੇ ਦੁੱਖ ਵੇਖਿਆ, ਜੋ ਸੰਕਟ ਵੇਖਿਆ, ਉਸ ਬਾਰੇ ਅੱਜ ਗੱਲ ਕਰਨ ਵਾਸਤੇ ਸਾਡੇ ਨਾਲ ਖੁਦ ਮੌਜੂਦ ਨੇ। ਸੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਵਰਨਜੀਤ ਜੀ, ਆਪ ਜੀ ਦੱਸੋ ਕਿ ਉਹ ਜਿਹੜਾ 1991 ਵਾਲਾ ਸਮਾਂ ਸੀ, ਦਿਨ ਸੀ, ਉਦੋਂ ਕੀ ਵਾਪਰਿਆ ਔਰ ਕਿਵੇਂ ਇਸ ਘਟਨਾ ਦੀ ਸ਼ੁਰੂਆਤ ਹੋਈ ਹੈ ਜੀ? ਮੇਰਾ ਨਾਮ ਸਵਰਨਜੀਤ ਕੌਰ ਆ, ਮੈਂ ਪਿੰਡ ਸਤਕੋਹਾ ਦੀ ਰਹਿਣ ਵਾਲੀ ਹਾਂ, ਜ਼ਿਲ੍ਹਾ ਗੁਰਦਾਸਪੁਰ। ਤੇ ਅਸੀਂ ਇਸ ਗੰਜ ਰਕਾਬਗੰਜ ਸਾਹਿਬ ਹਾਂਜੀ ਤੇ 2-3 ਦਿਨ ਰੁਕੇ, ਫਿਰ ਅਸੀਂ ਗੁਰੂ ਨਾਨਕ ਮਤਾ ਗੁਰਦੁਆਰਾ ਸਾਹਿਬ ਦੇਖਣ ਵਾਸਤੇ ਚਲੇ ਗਏ। ਹਾਂਜੀ, ਉੱਥੇ ਅਸੀਂ ਦਰਸ਼ਨ ਕੀਤੇ ਜੀ। ਇੱਕ ਰਾਤ ਅਸੀਂ ਰਹੇ, ਦੂਸਰੇ ਦਿਨ ਉੱਥੇ ਅਨਾਉਂਸਮੈਂਟ ਹੋਈ ਕਿ ਬੱਸ ਹਜ਼ੂਰ ਸਾਹਿਬ ਯਾਤਰਾ 'ਤੇ ਜਾ ਰਹੀ ਹੈ ਜੀ। ਅਸੀਂ ਵੀ ਸੋਚਿਆ ਕਿ ਮੇਰੇ ਹਸਬੈਂਡ ਦਾ ਪਾਸਪੋਰਟ ਬਣਿਆ ਸੀ, ਮੈਂ ਕਿਹਾ ਕਿ ਫਿਰ ਇਹਨਾਂ ਬਾਹਰ ਚਲੇ ਜਾਣਾ ਤੇ ਚਲੋ ਅਸੀਂ ਦਰਸ਼ਨ ਕਰ ਆਉਂਦੇ ਗੁਰਦੁਆਰਾ ਸਾਹਿਬ ਦੇ। ਠੀਕ ਹੈ। ਅਸੀਂ ਉੱਥੋਂ ਅਨਾਉਂਸਮੈਂਟ ਸੁਣੀ ਤੇ ਅਸੀਂ ਸੋਚਿਆ ਕਿ ਚਲੋ ਅਸੀਂ ਦਰਸ਼ਨਾਂ ਵਾਸਤੇ ਤੇ ਆਏ ਹਾਂ, ਚਲੋ ਅਸੀਂ ਹਜ਼ੂਰ ਸਾਹਿਬ ਦੇ ਦਰਸ਼ਨ ਵੀ ਕਰ ਆਉਂਦੇ ਹਾਂ। ਅਸੀਂ ਦਰਸ਼ਨ ਕਰਨ ਵਾਸਤੇ ਉੱਥੋਂ ਚਲੇ ਗਏ। ਹਾਂਜੀ, ਅਸੀਂ ਬੱਸ ਦੇ ਉੱਤੇ ਦਰਸ਼ਨ ਕਰਨ ਗਏ। ਹਾਂਜੀ, ਹੋਰ ਵੀ ਸੰਗਤ ਸੀ ਸਾਡੇ ਨਾਲ, ਬੀਬੀਆਂ ਸੀ, ਬੱਚੇ ਸੀ, ਬਜ਼ੁਰਗ ਵੀ ਸੀ ਜੀ। ਹਾਂਜੀ, ਤੇ ਅਸੀਂ ਹਜ਼ੂਰ ਸਾਹਿਬ ਗਏ, ਦਰਸ਼ਨ ਕੀਤੇ, ਪਟਨਾ ਸਾਹਿਬ ਦੇ ਵੀ ਦਰਸ਼ਨ ਕੀਤੇ, ਹਜ਼ੂਰ ਸਾਹਿਬ ਦੇ ਵੀ ਦਰਸ਼ਨ ਕੀਤੇ। ਹਾਂਜੀ, ਤੇ ਬਲਵਿੰਦਰ ਜੀ ਆਪ ਜੀ ਵੀ ਨਾਲ ਹੀ ਸੀ ਬੱਸ ਦੇ ਵਿੱਚ ਇਹਨਾਂ ਦੇ ਨਾਲ? ਹਾਂਜੀ, ਮੈਂ ਵੀ ਬੱਸ ਦੇ ਵਿੱਚ ਨਾਲ ਹੀ ਸੀ। ਤੇ ਫਿਰ ਅੱਗੇ ਕਿਸ ਤਰ੍ਹਾਂ ਹੋਇਆ, ਕੀ ਵਾਪਰਿਆ ਸੀ? ਅੱਗੇ ਇਸ ਤਰ੍ਹਾਂ ਹੋਇਆ ਕਿ ਸਾਨੂੰ ਜਦੋਂ ਨਾਨਕ ਮਤਾ ਸਾਹਿਬ ਪਹਿਲਾਂ ਤੇ ਸਾਡੇ ਨਾਲ ਇਹਨਾਂ ਦਾ ਮੇਲ ਜੋਲ ਨਹੀਂ ਹੋਇਆ। ਅਸੀਂ ਵੀ ਇੱਥੇ ਆਪਣੇ ਨਨਾਣ ਦੇ ਲੜਕੇ ਦੀ ਮੈਰਿਜ ਸੀ ਜੋ UP ਵਿੱਚ ਹੀ ਰਹਿੰਦੇ ਸੀ ਜੀ, ਅਸੀਂ ਉਹਨਾਂ ਕੋਲ ਆਏ ਸੀ ਮੈਰਿਜ ਤੇ ਉਹਨਾਂ ਨੂੰ ਅਸੀਂ ਕਿਹਾ ਕਿ ਆਪਾਂ ਨਾਨਕ ਮਤਾ ਸਾਹਿਬ ਦਰਸ਼ਨ ਕਰਨ ਜਾਣਾ। ਅਸੀਂ ਦਰਸ਼ਨ ਕਰਨ ਆ ਗਏ ਤੇ ਇੱਥੇ ਬੱਸ ਜਦੋਂ ਤਿਆਰੀ ਸੀ ਤੇ ਅਸੀਂ ਵੀ ਤਿਆਰੀ ਕਰ ਲਈ। ਮੈਂ ਹੀ, ਮੇਰੇ ਪਤੀ ਸੀ, ਮੇਰੇ ਦੇਵਰ ਸੀ, ਮੇਰੀ ਸੱਸ ਸੀ ਨਾਲ, ਅਸੀਂ ਚਾਰੇ ਮੈਂਬਰ ਜਿਹੜੇ ਉਹ ਬੱਸ ਵਿੱਚ ਬੈਠੇ। ਉਸ ਵੇਲੇ ਤੁਹਾਡੀ ਸਭ ਦੀ ਉਮਰ ਕੀ ਸੀਗੀ? ਮੇਰੀ ਉਮਰ ਜਿਹੜੀ 21 ਸਾਲ ਦੀ ਸੀ ਜੀ, ਮੇਰੇ ਹਸਬੈਂਡ ਦੀ 23 ਸਾਲ ਦੀ ਉਮਰ ਸੀ ਜੀ। ਬਹੁਤ ਛੋਟੀ ਉਮਰ ਸੀ ਸਾਡੀ ਉਦੋਂ। ਤੇ ਅਸੀਂ ਸਾਰੇ ਜਣੇ ਬੱਸ ਤੇ ਯਾਤਰਾ ਲਈ ਨਿਕਲੇ। ਬਹੁਤ ਵਧੀਆ ਯਾਤਰਾ ਹੋਈ। ਜਦੋਂ ਵਾਪਸੀ ਤੇ ਫਿਰ ਅਸੀਂ ਆਏ ਹਾਂ, ਵਾਪਸੀ ਤੇ ਸਾਨੂੰ ਥੋੜੀ ਰਸਤੇ ਦੇ ਵਿੱਚ ਪਹਿਲਾਂ ਤੋਂ ਕੁਝ ਨਹੀਂ ਸੀ ਪਤਾ। ਜਦੋਂ ਪੁਲਿਸ ਨੇ ਫੜ ਲਿਆ ਬਾਅਦ ਵਿੱਚ ਹੁਣ ਪਤਾ ਲੱਗਣ ਲੱਗਾ ਕਿ ਉਹ ਕੋਈ ਕਚਰਾ ਘਾਟ ਪੁਲ ਸੀ UP ਦੇ ਵਿੱਚ, ਜਿੱਥੇ ਸਾਡੀ ਬੱਸ ਨੂੰ ਘੇਰਾ ਪੈ ਗਿਆ। ਕਚਰਾ ਘਾਟ ਜੀ, ਬੱਸ ਨੂੰ ਘੇਰਾ ਪੈ ਗਿਆ ਤੇ ਬੱਸ ਸਾਡੀ ਪਕੜ ਲਈ। ਪਕੜ ਕੇ ਜੋ ਨੌਜਵਾਨ ਵਿੱਚ ਲੜਕੇ ਸੀ ਉਹਨਾਂ ਨੂੰ ਸਾਰਿਆਂ ਨੂੰ ਉਤਾਰ ਲਿਆ। ਉਸ ਵਿੱਚ ਮੇਰੇ ਪਤੀ ਸੀ। ਅੱਛਾ ਜੀ, ਮੇਰੇ ਦੇਵਰ। ਕਿੰਨੇ ਬੱਚਿਆਂ ਨੂੰ, ਕਿੰਨੇ ਲੜਕਿਆਂ ਨੂੰ? 11 ਲੜਕਿਆਂ ਨੂੰ ਉਤਾਰ ਲਿਆ ਸੀ। 11 ਲੜਕੇ। ਹਾਂਜੀ। ਇੱਕ ਬੱਸ 'ਚ ਕਿੰਨੇ ਬੰਦੇ ਸੀ? ਬੱਸ 'ਚ ਕੁਝ ਬਜ਼ੁਰਗ ਰਹਿ ਗਏ 2-3 ਤੇ ਬਾਕੀ ਬੱਚੇ ਤੇ ਬੀਬੀਆਂ ਰਹਿ ਗਈਆਂ ਬੱਸ ਵਿੱਚ। ਅੱਛਾ ਜੀ। ਹਾਂਜੀ। ਤੇ ਪੁਲਿਸ ਵਾਲੇ ਕਿੰਨੇ ਕੁ ਸੀਗੇ? ਪੁਲਿਸ ਵਾਲੇ ਤੇ ਬਹੁਤ ਹੀ ਜ਼ਿਆਦਾ ਸੀ।
ਸਾਨੂੰ ਅੱਛਾ। ਪਤਾ ਨਹੀਂ ਕਿ ਉਹ ਕਿੰਨੇ ਦਿਨ ਤੋਂ ਉੱਥੇ ਰੁਕੇ ਸੀ, ਕਿਸ ਜੀ। ਤਰ੍ਹਾਂ ਸੀ, ਪਰ ਕਾਫੀ ਜਾਣੇ ਸੀ ਪੁਲਿਸ ਵਾਲੇ। ਜੀ, ਕਚਰਾ ਘਾਟ ਤੋਂ ਫਿਰ ਅੱਗੇ ਕਿਸ ਤਰ੍ਹਾਂ? ਅੱਗੇ ਜਦੋਂ ਉਹਨਾਂ ਨੇ ਆਪਣੀਆਂ ਗੱਡੀਆਂ ਵਿੱਚ ਉਤਾਰ ਲਿਆ ਉਹਨਾਂ ਨੂੰ, ਤੇ ਸਾਡੀ ਬੱਸ ਵਿੱਚ ਕੁਝ ਪੁਲਿਸ ਵਾਲੇ ਚੜ ਗਏ। ਅੱਛਾ ਜੀ, ਤੇ ਮਤਲਬ ਤੁਹਾਡੀ ਬੱਸ ਵਿੱਚ ਪੁਲਿਸ ਵਾਲੇ ਆ ਗਏ? ਆਗੇ ਕੁਝ ਤੇ ਉਹ ਵਿੱਚ ਜਿਹੜੇ ਬੈਠ ਕੇ ਉਹਨਾਂ ਨੇ 11 ਆਪਣਾ ਨੌਜਵਾਨ ਉਤਾਰੇ ਸੀ? ਸਮਾਨ ਬੱਸ ਵਿੱਚ ਰੱਖ ਲਿਆ। ਬਾਕੀ ਜਿਹੜੀਆਂ ਛੋਟੀਆਂ ਮੈਟਾਡੋਰਾਂ ਉਹਨਾਂ ਦੀਆਂ ਆਪਣੀਆਂ ਪੁਲਿਸ ਦੀਆਂ ਗੱਡੀਆਂ ਸੀ, ਜੀ। ਜਿਹਦੇ ਵਿੱਚ ਉਹਨਾਂ ਨੂੰ ਉਤਾਰ ਕੇ ਅੱਗੇ ਅੱਗੇ ਲਾ ਲਿਆ, ਸਾਡੀ ਬੱਸ ਪਿੱਛੇ ਪਿੱਛੇ ਅੱਛਾ, ਲਾ ਜਿਹੜੇ 11 ਨੌਜਵਾਨ ਉਤਾਰੇ ਸੀ ਉਹ ਪੁਲਿਸ ਨੇ ਆਪਣੀ ਗੱਡੀ 'ਚ ਬਿਠਾ ਲਏ? ਹਾਂਜੀ, ਆਪਣੀ ਗੱਡੀ ਵਿੱਚ ਜੀ, ਬਿਠਾ ਤੇ ਲਿਆ। ਫਿਰ ਉਸ ਤੋਂ ਬਾਅਦ ਥੋੜੀ ਦੇਰ ਬੱਸਾਂ ਚੱਲੀਆਂ, ਫਿਰ ਸਾਨੂੰ ਨਹੀਂ ਪਤਾ ਵੀ ਕੀ ਹੋਇਆ ਕੀ ਨਹੀਂ। ਜਿਹੜੇ ਸਾਡੇ ਨਾਲੇ ਨੌਜਵਾਨ ਸੀ ਉਹ ਫਿਰ ਉੱਥੋਂ ਲਈ ਆਏ, ਸਾਨੂੰ ਕੁਝ ਨਹੀਂ ਪਤਾ ਸੀ। ਰਸਤੇ ਵਿੱਚ ਸ਼ੀਸ਼ੇ ਦੇ ਵਿੱਚੋਂ ਦੀ ਜਿਹੜਾ ਕੋਈ ਸਿਟੀ ਆਉਂਦਾ ਸੀ ਜਾਂ ਗਾਂਵ ਆਉਂਦਾ, ਪੜ੍ਹਦੇ ਸੀ ਵੀ ਕੀ ਆਇਆ, ਜੀ। ਬਰੇਲੀ, ਨਵਾਬਗੰਜ, ਇਦਾਂ ਕਰਕੇ ਪੜ੍ਹਦੇ ਪੜ੍ਹਦੇ ਪੀਲੀਭੀਤ ਸਾਨੂੰ ਲੈਣ ਦਾ। ਅੱਛਾ। ਪੀਲੀਭੀਤ 'ਚ ਫਿਰ ਜਿਹੜੇ ਗੁਜਰੋਲਾ ਥਾਣਾ, ਉੱਥੇ ਥਾਣੇ ਦੇ ਵਿੱਚ ਸਾਹਮਣੇ ਲਿਖਿਆ ਸੀ, ਅਸੀਂ ਪੜ੍ਹ ਲਿਆ। ਉੱਥੇ ਸਾਡੀ ਬੱਸ ਰੋਕੀ ਰੱਖੀ, ਫਿਰ ਸਾਨੂੰ ਪੂਰਨਪੁਰ ਦੇ ਜੰਗਲਾਂ ਵਿੱਚ ਲੈ ਗਏ। ਅੱਛਾ। ਜੰਗਲਾਂ ਦੇ ਵਿੱਚੋਂ ਇਹਨਾਂ ਨੂੰ ਲੱਗ ਰੱਖਿਆ ਹੋਇਆ ਸੀ। ਇੱਥੋਂ ਤੱਕ ਸੀ ਕਿ ਅਸੀਂ ਉਹਨਾਂ ਦੇ ਸਵੇਰ ਤੋਂ ਲੈ ਕੇ ਸ਼ਾਮ ਪੈ ਗਈ, ਬਹੁਤ ਤਰਲੇ ਮਿੰਨਤਾਂ ਕੀਤੀਆਂ ਕਿ ਸਾਨੂੰ ਬਾਥਰੂਮ ਆਇਆ, ਅਸੀਂ ਬਾਥਰੂਮ ਕਰਨਾ। ਮੇਰੇ ਬੇਟਾ ਹੋਇਆ 2 ਮਹੀਨੇ ਬਾਅਦ ਹੋਇਆ ਸੀ, ਮੈਂ ਪ੍ਰੈਗਨੈਂਟ ਸੀ। ਹਾਂਜੀ। ਇਹਨਾਂ ਦੀ ਬੇਟੀ ਸੀ, ਇਹ ਵੀ ਪ੍ਰੈਗਨੈਂਟ ਸੀ। ਅੱਛਾ ਜੀ। ਫਿਰ ਸਾਡੇ ਤਰਲੇ ਮਿੰਨਤਾਂ ਕਰਨ ਤੇ ਉਹਨਾਂ ਨੇ ਜੰਗਲ ਦੀ ਸਾਈਡ ਉੱਥੇ ਪੁਲਿਸ ਵਾਲਿਆਂ ਦੀ ਨਿਗਰਾਨੀ ਵਿੱਚ ਹੀ ਸਾਨੂੰ ਬਾਥਰੂਮ ਕਰਨ ਦਿੱਤਾ। ਮਤਲਬ ਇੰਨੀ ਜ਼ਿਆਦਾ ਉਹਨਾਂ ਨੇ ਤਸ਼ੱਦਦ ਕਰਦੇ ਆਏ, ਗਾਲੀ ਗਲੋਚ। ਜਦੋਂ ਦੌੜ ਗਏ ਸੀ ਉਦੋਂ ਬਹੁਤ ਗਾਲੀ ਗਲੋਚ ਕੀਤਾ। ਜੋ ਬਜ਼ੁਰਗ ਹੀ ਉਹਨਾਂ ਦੇ ਚਪੇੜਾਂ ਮਾਰੀਆਂ, ਉਹਨਾਂ ਦੇ ਹੱਥ ਪਿੱਛੇ ਬੰਨ੍ਹ ਦਿੱਤੇ ਬੱਸ ਸਾਡੀ ਵਿੱਚ ਹੀ। ਅੱਛਾ। ਤੇ ਲੇਡੀਜ਼ ਨੂੰ ਬਹੁਤ ਗਾਲੀ ਗਲੋਚ। ਬੱਚੇ ਇੰਨੇ ਕੁ ਸਹਿਮੇ ਹੋਏ ਸੀ ਕਿ ਕੋਈ ਗੱਲ ਹੀ ਨਹੀਂ। ਫਿਰ ਆਪਾਂ ਡਰਦੇ ਡਰਦੇ ਇੱਕ ਅਫਸਰ ਨੂੰ ਗੱਲ ਕੀਤੀ ਕਿ ਤੁਸੀਂ ਸਾਨੂੰ ਕਿਉਂ ਇਹਨਾਂ ਨੂੰ ਫੜਿਆ ਹੋਇਆ, ਛੱਡ ਦਿਓ ਇਹਨਾਂ ਨੂੰ। बोलन लगे हम छानबीन करके छोड़ देंगे, कोई आप घबराइए मत, आपके पतियों को छानबीन करके छोड़ देंगे जी। फिर 10:30 बजे रात दे हो गए सी। फिर सानू गुरुद्वारा 6वीं पातशाही ਦੇ ਉੱਥੇ ਪੀਲੀਭੀਤ ਗੁਰਦੁਆਰੇ 'ਚ ਸਾਨੂੰ ਉਤਾਰ ਦਿੱਤਾ ਬੱਸ 'ਚ। ਤੁਹਾਡੇ ਪਤੀ ਦਾ ਨਾਮ ਕੀ ਸੀ? ਮੇਰੇ ਪਤੀ ਦਾ ਨਾਮ ਬਲਜੀਤ ਸਿੰਘ ਸੀ। ਅੱਛਾ। ਦੇਵਰ ਦਾ ਨਾਮ ਜਸਵੰਤ ਸਿੰਘ ਸੀ। ਅੱਛਾ, ਤੇ ਉਹਨਾਂ ਨੂੰ ਫਿਰ ਐਨਕਾਊਂਟਰ ਉਹਨਾਂ ਦਾ ਕਿਸ ਜਗ੍ਹਾ ਕੀਤਾ? ਉਹਨਾਂ ਦਾ ਐਨਕਾਊਂਟਰ ਉਹਨਾਂ ਨੇ ਉਸੇ ਰਾਤ ਹੀ 3 ਗਰੁੱਪ ਬਣਾ ਕੇ ਕਰ ਦਿੱਤਾ। ਬਾਅਦ 'ਚ ਸਾਨੂੰ ਕਰ ਪਤਾ ਲੱਗ ਗਿਆ ਕਿ ਉਹ ਜਿਹੜੀ ਜਦੋਂ ਅਸੀਂ ਗੁਰਦੁਆਰੇ ਉਤਰ ਗਏ, ਉੱਥੋਂ ਗੁਰਦੁਆਰੇ ਰਾਤ ਤੇ ਅਸੀਂ ਕਿਤੇ ਜਾ ਨਹੀਂ ਸੀ ਸਕਦੇ। ਉੱਥੇ ਸਹਿਮੇ ਸਾਰੇ ਲੇਟ ਲੁੱਟ ਗਏ, ਜਿਸ ਤਰ੍ਹਾਂ ਵੀ ਲੇਟਿਆ ਗਿਆ। ਜਾਗਦੇ ਰਹੇ, ਵੇਖਦੇ ਰਹੇ। 6ਵੀਂ ਪਾਤਸ਼ਾਹੀ ਗੁਰਦੁਆਰਾ ਸੀ, 6ਵੀਂ ਪਾਤਸ਼ਾਹੀ ਇੱਥੇ ਪੀਲੀਭੀਤ। ਹਾਂਜੀ, ਠੀਕ ਹੈ। ਫਿਰ ਅਸੀਂ ਉੱਥੋਂ ਸਵੇਰੇ ਨਿਕਲੇ ਤੇ ਆਪਣੀ ਨਨਾਣ ਕੋਲ ਚਲ ਗਏ। ਉਹਨਾਂ ਨੇ ਸਾਨੂੰ ਆਪਣੇ ਭੇਜ ਦਿੱਤਾ। ਉਦੋਂ ਕੋਈ ਫੋਨ ਵੀ ਨਹੀਂ ਸੀ ਹੁੰਦਾ। ਉਹਨਾਂ ਨੇ ਸਾਨੂੰ ਟ੍ਰੇਨ ਬੱਸ 'ਚ ਬਿਠਾਤਾ ਤੇ ਅਸੀਂ ਟ੍ਰੇਨ 'ਚ ਬੈਠ ਕੇ ਤੇ ਪੰਜਾਬ ਚਲ ਗਏ। ਉਸ ਤੋਂ ਲੈ ਕੇ ਹੁਣ ਤੱਕ ਜਿਹੜਾ ਸਾਡਾ ਕੇਸ ਆ, ਅਸੀਂ ਉਹ ਕੇਸ ਲਈ ਕਾਫੀ ਧੱਕੇ ਖਾਧੇ ਇਹਨਾਂ ਤੇ, ਪਰ ਸਾਨੂੰ ਕੁਝ ਨਹੀਂ ਸੀ ਪਤਾ। ਸਾਡੇ ਜਿਹੜੇ ਯੂਪੀ ਦੇ ਵਿੱਚ ਸਿੱਖ ਪ੍ਰਤੀਨਿਧ ਬੋਰਡ ਦੇ ਮੈਂਬਰ ਜਿੱਦਾਂ ਡਾਕਟਰ ਗੁਰਮੀਤ ਸਿੰਘ ਹੋ ਗਏ, ਹੋਰ ਸਾਰਿਆਂ ਨੇ ਲੈ ਕੇ ਉੱਥੇ ਪਤਾ ਲੱਗਾ ਇਹਨਾਂ ਨੂੰ ਕਿ ਕੋਈ ਸਿੱਖਾਂ ਨੂੰ ਮਾਰ ਦਿੱਤਾ ਆ, ਜਿਹਦੇ ਕਰਕੇ ਇਹਨਾਂ ਨੇ ਬਹੁਤ ਰੋਸ ਮਾਰਚ ਵੀ ਕੀਤਾ, ਕਾਲੇ ਬਿੱਲੇ ਲਾ ਕੇ ਬੜਾ ਕੁਝ ਕੀਤਾ ਇਹਨਾਂ ਨੇ ਸਾਡੇ ਲਈ ਹੁਣ ਤੱਕ ਕਰਨ ਡਏ ਆ। ਤੇ ਫਿਰ ਸਾਨੂੰ ਜਦੋਂ ਪਤਾ ਲੱਗਾ ਸਾਨੂੰ ਬੁਲਾਉਣਾ, ਫਿਰ ਅਸੀਂ ਆਉਣਾ ਸ਼ੁਰੂ ਕੀਤਾ ਦਿੱਲੀ, ਦੇਹਰਾਦੂਨ, ਇਲਾਹਾਬਾਦ। ਇਹ ਕੇਸ ਸਾਡੇ ਚੱਲਦੇ ਰਹੇ। ਅੱਛਾ, ਅਲੱਗ-ਅਲੱਗ ਕੋਰਟ ਦੇ ਵਿੱਚ ਤੁਸੀਂ ਦਿੱਲੀ ਵੀ ਸੁਣਵਾਈ ਵਾਸਤੇ ਜਾਂਦੇ? ਅਸੀਂ ਬਹੁਤ ਹੀ ਦੁਖਦਾਈ ਤੇ ਔਖਾ ਟਾਈਮ ਜਿਹੜਾ ਆ ਉਹ ਕੱਢਿਆ। ਬੱਚੇ ਨੂੰ ਮੇਰਾ ਬੇਟਾ ਹੋਇਆ, ਬੜੀ ਮੁਸ਼ਕਲ ਨਾਲ ਪਾਲਿਆ। ਫਿਰ ਉਸ ਤੋਂ ਬੱਚੇ ਨੂੰ ਗੁਰੂ ਆਸਰਾ ਟਰਸਟ ਮੋਹਾਲੀ ਵਿੱਚ ਸੀ, ਬੀਬੀ ਕੁਲਬੀਰ ਕੌਰ, ਉਹਦੇ ਪਾਸ ਵੀ ਮੇਰਾ ਬੱਚਾ ਪੜ੍ਹਦਾ ਰਿਹਾ, ਉਹਦੇ ਕੋਲ ਰਹੇ ਕਾਫੀ। ਉਸ ਤੋਂ ਬਾਅਦ ਸਾਡੇ ਨਜ਼ਦੀਕ ਆ 2016 ਦੇ ਵਿੱਚ ਜਦੋਂ ਸਾਡਾ ਕੇਸ ਸਾਡੇ ਹੱਕ 'ਚ ਹੋਇਆ ਤੇ ਕਾਫੀ ਮੀਡੀਆ ਵਾਲਿਆਂ ਜਿਨ੍ਹਾਂ ਵੀ ਸਾਡੇ ਨਾਲ ਗੱਲ ਕੀਤੀ, ਉਹਨਾਂ ਵਿੱਚ ਭਾਈ ਬਲਵਿੰਦਰ ਸਿੰਘ ਪੱਖੋਂ ਕੀ, ਜਿਨ੍ਹਾਂ ਨੇ ਸਾਡੀ ਬਹੁਤ ਸੁਣਵਾਈ ਕੀਤੀ, ਸੁਣਿਆ ਤੇ ਸਾਡੀਆਂ ਵੀਡੀਓ ਵਗੈਰਾ ਬਣਾਈਆਂ ਕੁਛ। ਉਹਨਾਂ ਨੇ ਹੁਣ ਜਦੋਂ ਸਾਡਾ ਫੇਰ ਆ ਕੇਸ, ਫਿਰ ਪੁਲਿਸ ਨੇ ਅਪੀਲ ਲਾਤੀ ਹਾਈ ਕੋਰਟ ਲਖਨਊ ਵਿੱਚ। ਜਦੋਂ ਅਸੀਂ ਗਏ ਆ ਤੇ ਉਹਨਾਂ ਦੀ ਅਪੀਲ ਜਿਹੜੀ ਆ ਜ਼ਮਾਨਤ ਦੀ ਉਹ ਖਾਰਜ ਹੋ ਗਈ। ਖਾਰਜ ਹੋਣ ਕਰਕੇ ਫਿਰ ਉਹਨਾਂ ਨੇ ਸਾਡੀ ਇੰਟਰਵਿਊ ਲਈ, ਜਿਹਦੇ ਵਿੱਚ ਉਹਨਾਂ ਸਾਡੀ ਮਦਦ ਵੀ ਕੀਤੀ ਜਿੰਨੇ ਜੋਗੇ ਹੋਏ। ਤੇ ਅਸੀਂ ਅੱਜ ਵੀ ਅਸੀਂ ਇੱਥੇ
4 ਜੁਲਾਈ ਤੋਂ ਲਖਨਊ ਵਿੱਚ ਆਏ ਹੋਏ ਆ ਆਪਣੇ ਕੇਸ ਕਰਕੇ। ਪਰ ਜੋ ਮੁਸੀਬਤਾਂ ਜੋ ਝੱਲੀਆਂ ਉਹ ਜਾਂ ਤੇ ਵਾਹਿਗੁਰੂ ਜਾਣਦਾ, ਜਾਂ ਅਸੀਂ ਜਾਣਦੇ ਆ ਵੀ ਅਸੀਂ ਇਹ ਟਾਈਮ ਜਿਹੜਾ ਕਿਸ ਤਰ੍ਹਾਂ ਕਿੰਨਾ ਔਖਾ ਕੱਟਿਆ। स्वाभाविक है अभिज्ञान जी आपका स्तब्ध रहना, क्योंकि अमानवीयता की पराकाष्ठा अगर देखनी है तो इस तथाकथित फर्जी मुठभेड़ में दिखाई पड़ती है जो आसुरी। मैं आपको इसलिए बीच में रोक रहा हूं कि शरद जानते हैं, हम जानते हैं, बड़ी इस मुल्क में फर्जी मुठभेड़ों को लेकर बहस हुई है, पॉलिटिकल बहस हुई, मुझे इससे कोई एतराज नहीं है। लेकिन ये कोल्ड ब्लडेड, मतलब आपने कौन से अफसर पुलिस के किससे नंबर बनवाना चाहते थे, क्या साबित करना चाहते थे? रैंक टूरिस्ट, बिल्कुल सही कह रहे हैं। और जो धार्मिक जगहों से होकर, धार्मिक यात्रा से गुजर रहे थे, आपने उनको बताकर, बस में चढ़ाकर, शहर भर घुमाकर, फिर शाम को उनके बैचेस बनाकर उनको कोल्ड ब्लडेडली मर्डर कर उनकी हत्या की गई। जी, आप भी बहुत अनुभवी जर्नलिस्ट हैं, शरद जी से यूपी की कोई चीज छुपी नहीं है। जी, मैं ये उम्मीद करता हूं कि प्रत्येक पुलिस अधिकारी, कर्मचारी यूपी पुलिस का, उसको इस पाप का प्रायश्चित करना पड़ेगा, चाहे वो अवकाश प्राप्त हो मेरी तरह, जो सेवा में है वो आज, और इतना बड़ा बदनुमा दाग ये धुलने वाला नहीं है। जैसा कि आपने कहा, इतना बड़ा कोल्ड ब्लडेड मर्डर देखने में शायद दूसरी मिसाल ढूंढना मुश्किल है। क्यों किया गया, इसके बारे में यह बताया जाता है कि सन 91 में नई सरकार आई थी अपनी कारगुजारी दिखाने के लिए कि हमने पंजाब टेररिस्ट से मुचैटा लेकर पंजाब के कुख्यात आतंकवादियों का निस्तारण किया। कदाचित ये एक अवधारणा थी, सही थी कि गलत थी, इसका निष्कर्ष मैं आपके ऊपर छोड़ता, लेकिन यह तब चर्चा थी आम कि एक नई सरकार के सामने अपना एक काबिलियत का एक जामा ओढ़ करके अपने आप को पेश करना, ये एक मोटिव था। लेकिन उसके पीछे इतनी बड़ी साजिश और इतना घिनौना पाप करना, ये किसी को उम्मीद नहीं थी। और 25 साल लग गया उसके निस्तारण में। भला हो न्यायमूर्ति लल्लू सिंह जी का, जिन्होंने न्याय दिया, जुर्माना भी किया, और लेकिन अभी भी यह है कि जैसा कि कमाल ने कहा कि जो कैप्टन थे, जो लीड कर रहे थे, उनके खिलाफ ट्रायल ही नहीं हुआ, ट्रायल तक गई नहीं हुई। नहीं, उनका जाना न जाना उतना महत्वपूर्ण नहीं जितना कि सीबीआई का उनको चार्जशीट करना है, और चार्जशीट करने में अगर साक्ष्य है तो उनका जाना न जाना नहीं, वो मफरूर घोषित हो सकते थे, पलायित अपराधी घोषित हो सकते थे, एब्सकॉन्डर घोषित हो सकते थे। ये चीज देखने वाली है कि इतना बड़ा कूटनीति, इतना बड़ा षड्यंत्र बिना कैप्टन के। मैं शरद प्रधान को सर तुरंत लाऊंगा यहाँ पे। शरद प्रधान, ये जरा 1991 की सरकार के बारे में बताइए, ये क्या सरकार थी, ये किस तरह का एस्टैब्लिशमेंट था? आप एक पुराने पत्रकार हैं, जिसको खुश करने के लिए पुलिस अपने पॉलिटिकल मास्टर्स को खुद करने के लिए बहुत सारे दायरे लांघ जाती है, लेकिन इतना दायरा लांघ जाए कि कोल्ड ब्लडेडली टूरिस्ट को मार दे, टेररिस्ट बताकर, ये तो मतलब पता नहीं कौन सा पॉलिटिकल स्ट्रक्चर तब रहा होगा, और पुलिस वाले किस हद तक उसको खुश करना चाह रहे होंगे। नहीं, ये ट्रेजेडी क्या है अभिज्ञान की, ये कोई अजूबा किस्सा नहीं है। इस तरीके के किस्से हमेशा आते हैं। ये तो हाईलाइट इसलिए हो गया क्योंकि अदालत ने जजमेंट दे दिया, वो लोग केस लड़ सके। यहाँ तमाम केस ऐसे होते हैं, ये अगर आप पीछे हिस्ट्री में जाएं तो तमाम ऐसे केसेस हैं जहां लेकर के इनोसेंट आदमी को उठा के बंद कर देती पुलिस। का प्रॉब्लम यूपी में ये है कि ये हर रजीम में इस तरीके के पुलिस वाले हैं, और बड़ी तादाद में हैं, जिनका मकसद, क्योंकि बेईमानी भी इतनी ज्यादा है पुलिस में, पैसे के लिए कुछ भी कर सकते हैं। तो उनका मकसद ये रहता है कि जब कोई क्राइम हो तो जो असली क्रिमिनल है उसको तो ये प्रोटेक्ट कर लेंगे। अब इन्हें केस वर्कआउट करना है तो उसके लिए सबसे आसान होता है कि किसी इनोसेंट गरीब आदमी जिसके पास कैपेबिलिटी नहीं है केस लड़ने की, वकील हायर करने की, एंगेज करने की, उसको उठा के बंद कर दो। ये तो अब शरद प्रधान, आप पुलिस संस्कृति की बात कर रहे हैं, आप पुलिस कल्चर की बात कर रहे हैं। मैं कह रहा हूं कि यूपी में, हाँ, ये यूपी में ये चीज होती है। अच्छा, मैं आपके पॉइंट को मान रहा हूं शरद प्रधान। मेरा को खुश करके मेरा दूसरा कहना है कि 1991 के सत्ता के सियासी स्ट्रक्चर को समझाइए। वो क्या ऐसा था उसमें कि पुलिस वाले अपने पॉलिटिकल मास्टर्स को, तो मैं कह ही रहा हूं कि खुश करने के लिए किसी हद तक जा सकते हैं, निर्दोष को जेल में डाल सकते हैं, निर्दोष को उन्होंने उस पर केस ठोक दिया, लेकिन आप एक गवर्नमेंट ऑफ द डे को खुश करने के लिए इस हद तक जाए कि आप मार दीजिए 10 लोगों को।
और नहीं उसके बाद वाहवाही मिली कि साहब क्या काम किया है, इतने बड़े आतंकवादियों को इन्होंने मार दिया। और उस टाइम भी ये चीज सामने आई। मैं खुद गया था उन गांव में जहां पे लोग मारे गए थे, मुझे याद है टाइम्स ऑफ इंडिया में था, मैंने ये लिखी, स्टोरीज भी करी और लोगों ने भी करी कि ये इस पे क्वेश्चन रेज किया कि असली एनकाउंटर था, फर्जी था, क्या ये लोग जेन्युइन, क्योंकि लोगों ने उस टाइम भी शिकायत करी थी, बड़े सहमे हुए थे लोग, लेकिन उन्होंने शिकायत करी, लेकिन कोई सुनने वाला नहीं था। लेकिन वही जो ट्रेजेडी जो आपने शुरू में कहा, जस्टिस डिलेड इज जस्टिस डिनाइड। ऐसी घटना अगर रक्षक द्वारा की जाए तो इसमें कड़ी से कड़ी सजा मिलनी चाहिए। जिस जिले की बात आप कर रहे हैं वहाँ 86 से 88 तक, मतलब इस घटना के 3 साल पहले मैं वहाँ का एसपी था और उस समय ऐसी घटनाएं हुई थी कि मुझे खुद पंजाब जाना पड़ा था और पंजाब जाकर के हमने कार्रवाई किया था और यहाँ आकर के टेररिज्म के खिलाफ कार्रवाई हुई, लेकिन एक भी कोई कंप्लेंट नहीं आई। तो हमेशा जो डिस्ट्रिक्ट चीफ है, जिले का पुलिस अधीक्षक है, उसको हमेशा ये उसकी जिम्मेदारी है, ये ध्यान रखने वाली बात है कि उसके मातहत कोई ऐसा काम ना करें जो मानवता के खिलाफ हो, कानून के खिलाफ हो, संविधान के खिलाफ हो। और ये जो हुई उसमें मैं सीबीआई को सलाम करता हूँ, उन्होंने अच्छा इन्वेस्टिगेशन किया और 47 पुलिस के लोगों को इसमें सजा हुई है। लेकिन एक चीज मैं और कहना चाहता हूं, इसमें ऐड करना चाहता हूं जी, कि उस समय के जो और अधिकारी हैं, ये थाना लेवल से ऊपर सीओ, डिप्टी एसपी, एडिशनल एसपी और वहां के सबसे बड़े वहां के पुलिस अधीक्षक, इनकी भूमिका की भी जांच होनी चाहिए, क्योंकि 10 लोग मारे जाएं और एक ही दिन मारे जाएं, षड्यंत्र करके मारे जाएं और डिस्ट्रिक्ट एसपी को इसकी जानकारी ना हो, इसको विश्वास नहीं किया जा सकता। तो ये चीज ये हुआ कि जो सीनियर अफसर हैं उनके खिलाफ कोई जो है सजा नहीं हुई है। शायद इसमें भी अगर ठीक से जांच होती और डीप, तो इनकी भी संलिप्तता इसमें पकड़ में आती। तो सब जाने गए तो जे भी चल गए, माता जी को साथ ले गए कि दर्शन करवा लाएं। हमारी सास कह रही थी कि साथ में गाड़ी लगा के और जितने थे सबको उतार लिया था। एक हमारे हस्बैंड का मौसा था, उसको छोड़ा, बहुत ज़्यादा ही बूढ़े थे, औरतें भी बहुत थे, औरतें बच्चे सब छोड़ दे। तो राइफलें रख के सिर पे कि देखना नहीं और ना घर जाके नाम ही लेना। जब पिता नरेंद्र सिंह की हत्या हुई तब गुरविंदर सिंह 3 साल के थे। जहन में पिता की धुंधली सी यादें ही हैं, लेकिन पिता के साए के बिना जिंदगी में आगे बढ़ने का गहरा दर्द इस परिवार की आंखों में साफ साफ देखा जा सकता है। बहुत मुश्किल का दौर है, हमें पता जैसे हमने गुजारा करा है। एक तो बच्चे छोटे छोटे, दूसरा आदमी का दुख कितना, ये भी पता नहीं था कि किस हालत से मारे होंगे, क्या होगा, उनके मन में क्या आ रहा होगा। उस दिन जो कुछ हुआ उसे याद करके आज भी गुरदासपुर के खोखर गांव की रहने वाली बलविंदर जीत कौर सहम जाती हैं। शादी को महज 7 महीने ही हुए थे। उस वक्त गर्भ में ये बेटा था। पति बलजीत सिंह के साथ हंसी खुशी बलविंदर गुरुद्वारा नानक मत्ता के लिए निकली थी। उसी बस में गुरदासपुर के 8 और लोग भी थे। तभी पीलीभीत में पुलिस ने एक नाके पर बस को घेर लिया और 10 लोगों को उतार लिया। उसमें बलविंदर के पति भी शामिल थे। इसके बाद बलविंदर को अपने पति की मौत की खबर मिली। ऐसे कि पहले उन पर बहुत ज़्यादा तशद्दुद किया गया, सट्टें चोटें लगाई गई और बाद में उनको गोलियां लगाकर मार दिया। तो हम तो बाद में पंजाब आ गए। हौली हौली हमें ये पता चला कि उनकी जो पोस्टमार्टम की रिपोर्टें हैं उनमें सट्टों के निशान थे और बाद में गोलियां जड़ियां लगाई गईਆਂ। जी जी, ਤੁਹਾਡੇ ਹਸਬੰਡ ਦੀ ਕੀ ਉਮਰ ਸੀ ਉਸ ਵੇਲੇ ਜਦੋਂ ਐਨਕਾਊਂਟਰ ਹੋਇਆ? ਉਹਨਾਂ ਦੀ ਉਮਰ 21 ਸਾਲ ਦੀ ਸੀ। 21 ਸਾਲ ਦੀ ਸੀ। ਹਾਂਜੀ। ਤੇ ਤੁਸੀਂ ਇਸ ਵੇਲੇ ਕਿਵੇਂ, ਮਤਲਬ ਉਸ 1991 ਤੋਂ ਉਸ ਸਮੇਂ ਤੋਂ ਬਾਅਦ ਹੁਣ ਤੱਕ ਜ਼ਿੰਦਗੀ ਕਿਵੇਂ ਲੰਘੀ? ਬੜੀ ਮੁਸ਼ਕਲ ਦੇ ਨਾਲ ਆਪਣਾ ਟਾਈਮ ਕੱਢਿਆ ਜੀ। ਮੇਰੇ ਸਹੁਰਾ ਅਜੀਤ ਸਿੰਘ ਜੀ, ਉਹਨਾਂ ਸਾਡਾ ਬਹੁਤ ਸਾਥ ਦਿੱਤਾ ਜੀ। ਮੇਰੀ ਬੇਟੀ ਹੋਈ 5 ਮਹੀਨੇ ਬਾਅਦ। ਅੱਛਾ ਜੀ। ਹਾਂਜੀ। ਫਿਰ ਮੈਂ ਸਿਲਾਈ ਕਢਾਈ ਦਾ ਥੋੜਾ ਕੰਮ ਕਰਦੀ ਸਾਂ ਜੀ। ਉਹ ਆਪਣਾ ਕਰਦੇ ਕਰਦੇ ਚਲੋ ਆਪਣਾ ਗੁਜ਼ਾਰਾ ਚੱਲਦਾ ਰਿਹਾ। ਫਿਰ ਥੋੜੀ ਬਹੁਤ ਖੇਤੀ ਵੀ ਸੀਗੀ। ਹਾਂਜੀ। ਹਾਂਜੀ। ਤੇ ਬੜੀ ਮੁਸ਼ਕਲ ਦੇ ਨਾਲ ਬੱਚੀ ਨੂੰ ਪੜਾਇਆ ਲਿਖਾਇਆ।
ਜੀ। BSc ਨਰਸਿੰਗ ਕਰਵਾਈ ਆ। ਠੀਕ ਹੈ। ਕੁਛ ਸਾਡਾ ਸਾਥ ਬੀਬੀ ਸੰਦੀਪ ਕੌਰ ਸੀ, ਉਹਨੇ ਦਿੱਤਾ। ਅੱਛਾ ਜੀ। ਹਾਂਜੀ। ਚਲੋ ਠੀਕ ਹੈ, ਮਤਲਬ ਇਸ ਵਕਤ ਤੱਕ ਵੀ ਸੰਘਰਸ਼ ਜਾਰੀ ਹੈ। ਹਾਂ, ਤੇ ਇਸ ਵਕਤ ਤੱਕ ਸਾਡਾ ਸੰਘਰਸ਼ ਅਜੇ ਵੀ ਜਾਰੀ ਆ। ਅਸੀਂ ਬਹੁਤ ਧੱਕੇ ਖਾਦੇ ਆ, ਬੜੀ ਮੁਸ਼ਕਲ ਨਾਲ ਇੰਨੀ ਦੂਰੋਂ ਪੰਜਾਬ ਤੋਂ ਆਉਣਾ ਜੀ। ਬਹੁਤ ਟ੍ਰੇਨਾਂ ਵਿੱਚ ਪਰੇਸ਼ਾਨੀ ਹੁੰਦੀ ਆ। ਹਾਂਜੀ। ਅੱਛਾ, ਅਜੀਤ ਸਿੰਘ ਜੀ, ਆਪ ਜੀ ਦਾ ਬੇਟਾ ਸੀ ਜੀ ਉਹਦੇ ਵਿੱਚ? ਬਸ ਮੇਰਾ ਬੇਟਾ ਹੈ ਜੀ ਰਮਿੰਦਰ ਸਿੰਘ ਮਿੰਟਾ। ਕੀ ਨਾਮ ਜੀ? ਰਮਿੰਦਰ ਸਿੰਘ ਮਿੰਟਾ। ਰਮਿੰਦਰ ਸਿੰਘ ਮਿੰਟਾ ਜੀ। ਤੇ ਆਪ ਜੀ ਉਸੇ ਬੱਸ 'ਚ ਸੀਗੇ ਉਸ? ਨਹੀਂ ਜੀ, ਮੈਂ ਨਹੀਂ ਹਾਂ ਨਾਲ। ਅੱਛਾ ਜੀ। ਇਹਨਾਂ ਦੀ ਜਦੋਂ ਸ਼ਾਦੀ ਹੋਈ ਆ ਤੇ ਪਾਸਪੋਰਟ ਬਣਿਆ ਤੇ ਆਂਦੇ ਵੀ ਅਸੀਂ ਵਿਦੇਸ਼ਾਂ ਚਲੇ ਜਾਣਾ ਤੇ ਯਾਤਰਾ ਕਰਦੀਆਂ। ਮੈਂ ਕਹਾ ਦੋ ਠੀਕ ਹੈ। ਹਾਂਜੀ। ਉਦੋਂ ਬਾਅਦ 'ਚ ਜੀ ਫਿਰ ਇਹ ਯਾਤਰਾ ਕਰਨ ਗਏ ਨੇ। ਫਿਰ ਇਹਨਾਂ ਨੇ ਇੱਕ ਮੈਨੂੰ ਪੱਤਰ ਲਿਖਿਆ ਵਾ ਨਾਨਕ ਮਤੇ ਤੋਂ ਵੀ ਅਸੀਂ ਪਾਪਾ ਜੀ ਇੰਨੀ ਤਰੀਕ ਨੂੰ ਚੱਲੇ ਆ ਤੇ ਇੰਨੀ ਨੂੰ ਆ ਜਾਣਾ। ਠੀਕ ਹੈ। ਹਾਂਜੀ। ਚਲੋ ਪੱਤਰ ਪੜ੍ਹ ਕੇ ਹੌਸਲਾ ਹੋ ਗਿਆ। ਉਹ ਬੜਾ ਪੱਤਰ ਸਾਂਭਿਆ ਨਹੀਂ ਜੀ, ਪਤਾ ਨਹੀਂ ਸੀ ਜੀ। ਜੀ। ਤੇ ਉਦੋਂ ਬਾਅਦ 'ਚ ਫਿਰ ਛੇਤੀ 5-7 ਦਿਨੀ ਪਤਾ ਲੱਗਾ ਕਿ ਹਜ਼ੂਰ ਸਾਹਿਬ ਗਈ ਸੰਗਤ ਜਿਹੜੀ ਆ ਉਹਨਾਂ 'ਚੋਂ ਕੋਈ ਨੌਜਵਾਨ ਤਾਰ ਕੇ ਮਾਰੇ ਗਏ ਨੇ। ਅੱਛਾ ਜੀ। ਪੇਪਰ ਪੜ੍ਹਿਆ ਜੀ ਮੈਂ, ਪੇਪਰ ਮੈਂ ਵੀਡੀਓ ਤੇ ਵੀ ਪਾਇਆ ਜੀ। ਹਾਂਜੀ। ਹਾਂਜੀ। ਤੇ ਇਹ ਆ ਫਿਰ ਪੇਪਰ ਜਿਹੜਾ ਵੀਡੀਓ ਤੇ ਪਾਇਆ ਨਾ, ਉਸ ਇਹਦੇ ਕੋ ਆਪਣੇ ਡਾਕਟਰ ਸਾਹਿਬ ਦੇ ਬੱਚੇ ਨੂੰ ਪਾਤਾ ਵੀਡੀਓ ਤੇ। ਅੱਛਾ ਜੀ। ਉਹ ਪੇਪਰ ਜਦੋਂ ਪੜ੍ਹਿਆ ਜੀ, ਫਿਰ ਅਜੇ ਪੜ੍ਹ ਕੇ ਤੇ ਮੈਂ ਬਾਹਰੋਂ ਬੰਬੀ ਤੋਂ ਆਇਆ ਹੀ ਆ ਤੇ ਮੇਰੇ ਘਰ ਪਿੰਡ ਦੀ ਚੌਂਕੀ ਦੀ ਪੁਲਿਸ ਆ ਗਈ ਜੀ। ਕਹਿੰਦੀ ਵੀ ਤੁਹਾਡਾ ਬੱਚਾ ਕਿੱਥੇ ਆ? ਮੈਂ ਜੀ ਹਜ਼ੂਰ ਸਾਹਿਬ ਯਾਤਰਾ ਤੇ ਗਏ ਆ। ਕਹਿੰਦੇ ਆ ਵੀ ਉਹਨਾਂ ਦੀ ਹਵਾ ਆਈ ਆ ਮਾੜੀ ਤੇ ਮਾਰੇ ਗਏ ਜਾਪਦੇ ਗਿਆ ਉਹਨਾਂ। ਚਲੋ ਜੀ, ਮੈਂ ਜੀ ਭੈਣੀ ਨੇ ਉੱਥੋਂ ਬੰਦਾ ਨਾ ਯੂਪੀ ਤੋਂ ਜ਼ਮੀਨ ਉਟਾ ਕੇ ਸ਼ਾਹਜਹਾਨਪੁਰ ਲਾਗੋਂ ਕੋ ਗਿਆ ਸੀ, ਉਹਨੂੰ ਮੈਂ ਨਾਲ ਲਿਆ। ਕहीं ਤੇ ਕਦੀ ਆਏ ਨਹੀਂ, ਸਭ ਪਤਾ ਹੀ ਨਹੀਂ ਯੂਪੀ ਆਂਦੇ ਕਿਹਨੂੰ ਆ। ਹਾਂਜੀ। ਹਾਂਜੀ। ਉਹ ਜਦੋਂ ਅਸੀਂ ਪਹੁੰਚੇ ਜੀ ਪਿਲੀਭੀਤ ਤੇ ਇੱਥੇ ਇੰਨੀ ਲਾਲਾ ਹੋਈ ਤੇ ਕੋਈ ਗੱਲ ਹੀ ਨਹੀਂ ਜੀ ਕਰਨ ਵਾਲੀ। ਤੇ ਉੱਥੇ ਫਿਰ ਅਸੀਂ ਗੁਰਦੁਆਰਾ ਸਾਹਿਬ ਪਹੁੰਚੇ ਜੀ ਤੇ ਇਹ ਨੂੰਹ ਸਾਡੀ ਉੱਥੇ ਸੀ। ਹਾਂਜੀ। ਇਹ ਮੈਨੂੰ ਆਦੀ ਵੀ ਪਾਪਾ ਜੀ ਆਹ ਕੰਮ ਹੋ ਗਿਆ। ਮੈਂ ਇਹਨੂੰ ਹੌਸਲਾ ਦਿੱਤਾ। ਮੈਂ ਅਖਬਾਰ ਵੇਖ ਲਈ ਜੀ, ਇੱਕ ਮੇਰੇ ਲੜਕੇ ਦੀ ਫੋਟੋ ਥੱਲੇ ਹੀ ਜੇ ਕੁੱਤੇ ਹੀ ਵਾਹ ਕੇ। ਹਾਂਜੀ। ਚਲੋ ਵਾਹਿਗੁਰੂ। ਮੈਂ ਉਹ ਵੇਖ ਕੇ ਜੀ ਨਾ ਤੇ ਇਹਨੂੰ ਦੱਸਿਆ ਮੈਂ ਠੀਕ ਨਹੀਂ, ਪਿੰਡ ਕਿੱਦਾਂ ਜਾਊ। ਫਿਰ ਮੈਂ ਜਾ ਕੇ ਜੀ ਨਾ ਤੇ ਮੈਂ ਹਾਂ ਜ਼ਮਾਨਤ ਕਰਾ ਕੇ ਪਿੰਡ ਦਾ ਜਾਣਾ। ਉਹਦੇ ਇੱਥੇ ਠੀਕ ਠਾਕ ਨੇ ਜੀ। ਜਦੋਂ ਫਿਰ ਪਤਾ ਲੱਗ ਗਿਆ ਸਾਰੀ ਕਹਾਣੀ ਦਾ। ਉਦੋਂ ਬਾਅਦ ਚ ਇੰਨਾ ਸੰਘਰਸ਼ ਚੱਲਿਆ ਜੀ। ਇਹ ਸਾਰਾ ਡਾਕਟਰ ਗੁਰਮੀਤ ਸਿੰਘ ਦਾ ਜੀ। ਤੇ ਜੀ ਇਹ ਕੇਸ ਰਜਿਸਟਰਡ ਕਦੋਂ ਹੋਇਆ? ਫਿਰ ਕਦੋਂ ਸੁਣਵਾਈ ਸ਼ੁਰੂ ਕੀਤੀ? ਇਹ ਸੁਣਵਾਈ ਮੇਰਾ ਖਿਆਲ ਜੀ 91 ਚ ਹੋ ਗਈ। ਅੱਛਾ ਜੀ। ਹਾਂ ਜੀ। ਹਾਂਜੀ। ਉਹ ਇੰਨੀ ਗੱਲ ਜਦੋਂ ਹੋਈ ਜੀ, ਇਹਨਾਂ ਨੇ ਬਹੁਤ ਸਹਿਯੋਗ ਦਿੱਤਾ ਜੀ ਡਾਕਟਰ ਸਾਹਿਬ ਹੋਣਾ ਨੇ। ਅੱਛਾ ਜੀ। ਇਹ ਰਸਤੇ ਵੀ ਰੋਕੇ, ਬੜਾ ਨਾਅਰੇ ਵੀ ਕੀਤੇ, ਕੇਸ ਵੀ ਸਾਡਾ ਲਾਇਆ, ਇਹਨੇ ਲਾਇਆ। ਅੱਛਾ। ਇਹ ਕੇਸ ਕੁਝ ਚਿਰ ਚੱਲਦਾ ਰਿਹਾ ਜੀ। ਫਿਰ ਦਿੱਲੀ ਚਲੇ ਗਿਆ, ਸੋਢੀ ਸਾਹਿਬ ਨੇ ਕੇਸ ਲੜਿਆ। ਫਿਰ ਦੇਹਰਾਦੂਨ ਚਲੇ ਗਿਆ ਜੀ, ਉੱਥੇ ਫਿਰ ਇਹ ਆ ਗਿਆ ਜੀ ਆਪਣਾ ਨਖਲਊਸ। ਅੱਛਾ, ਦਿੱਲੀ ਜਿਹੜੇ ਐਡਵੋਕੇਟ ਸੋਢੀ ਸਾਹਿਬ ਜਿਹੜੇ ਹੁਣ ਜੱਜ ਰਿਟਾਇਰ ਹੋਏ ਨੇ ਜੀ। ਉਦੋਂ ਬਾਅਦ ਫਿਰ ਇੱਥੇ ਨਖਲਊ ਆ ਗਿਆ ਜੀ। ਫਿਰ ਇੱਥੇ ਆਉਂਦੇ ਰਹੇ। ਉਦੋਂ ਬਾਅਦ ਜੀ ਫਿਰ ਸਾਡੇ ਬੀਬੀ ਸੰਦੀਪ ਕੌਰ ਉਹਨੇ ਬੜਾ ਸਹਿਯੋਗ ਦਿੱਤਾ। ਅੱਛਾ ਜੀ। ਪੱਖੋ ਕੇ ਬਲਵਿੰਦਰ ਸਿੰਘ ਵਾ, ਉਹਨੂੰ ਬੜਾ ਸਹਿਯੋਗ ਦਿੱਤਾ ਜੀ। ਜਿਹੜਾ ਕੋਈ ਕਿਸੇ ਗੱਲ ਦਾ ਪਤਾ ਲੱਗ ਜੇ ਨਾ ਤੇ ਉਹ ਸਾਰੇ ਪਰਿਵਾਰਾਂ ਨੂੰ ਇਕੱਠਿਆਂ ਕਰਕੇ ਤੇ ਸਾਰੀ ਗੱਲਬਾਤ ਕਰਦਾ ਵਾ। ਤੇ ਤੁਹਾਡੇ ਨਾਲ ਜਿਵੇਂ ਤੁਸੀਂ ਸਹਿਯੋਗ ਦੀ ਗੱਲ ਕਰ ਰਹੇ ਹੋ, ਉਹ ਬੀਬੀ ਸੰਦੀਪ ਕੌਰ ਜੀ ਨੇ, ਹੋਰ ਇੱਕ ਨਾਮ ਤੁਸੀਂ ਲਿਆ? ਹਾਂਜੀ, ਬਲਵਿੰਦਰ ਸਿੰਘ। ਹਾਂ, ਬਲਵਿੰਦਰ ਸਿੰਘ ਜੀ। ਇਸ ਤੋਂ ਇਲਾਵਾ ਜਿਹੜੇ ਉਸ ਵਕਤ ਦੇ ਕੁਝ ਮੋਹਰੀ ਸੰਸਥਾਵਾਂ ਨੇ ਜਾਂ ਸਾਡੇ ਸਿੱਖ ਕੌਮ ਦੇ ਜ਼ਿੰਮੇਦਾਰ ਵਿਅਕਤੀ ਨੇ, ਉਹਨਾਂ 'ਚੋਂ ਕੋਈ ਅੱਗੇ ਨਹੀਂ ਆਇਆ? ਕੋਈ ਲੀਡਰ, ਕੋਈ ਨੇਤਾ? ਨਾ। ਆ ਬਾਦਲ ਸਾਹਿਬ ਵਰਗੇ ਇਹਨਾਂ ਨੂੰ ਮੈਂ ਫਾਈਲ ਦਿੱਤੀ ਜੀ, ਸਾਡੇ ਬਟਾਲੇ ਆਏ। ਉਹ ਸਾਡੀ ਫਾਈਲ ਹੀ ਨਹੀਂ ਮੁੜ ਕੇ ਲੱਭੀ। ਅੱਛਾ, ਉਹੀ ਗਾਇਬ ਕਰਾ ਲਈ ਉਹਨਾਂ ਫਾਈਲ ਹੀ ਗੁੰਮ ਕਰਕੇ। ਕਿਸੇ ਨੇ ਕੀਤੀ ਜੀ ਇਹਨਾਂ ਦੋਵਾਂ ਦੇ ਬਿਨਾਂ। ਅੱਛਾ। ਜਿਹੜੇ ਵੱਡੇ ਬਣੇ ਨਾ ਪੰਥ ਦੇ ਵਾਲੀ, ਇਹ ਨਹੀਂ ਕੀਤੀ। ਇਹਨਾਂ ਦੋਵਾਂ ਕੀਤੀ ਹੈ। ਜਿਹਨਾਂ ਕੀਤੀ ਹੈ ਕਿਉਂ ਨਾ ਲਈਏ। 2016 ਦੇ ਵਿੱਚ ਜਦੋਂ ਸਾਡਾ ਕੇਸ ਸਾਡੇ ਹੱਕ 'ਚ ਹੋਇਆ ਤੇ ਇਹਨਾਂ ਨੂੰ ਸਜ਼ਾਵਾਂ ਹੋਈਆਂ ਪੁਲਿਸ ਵਾਲਿਆਂ ਨੂੰ। ਸ਼੍ਰੋਮਣੀ ਕਮੇਟੀ ਵੱਲੋਂ ਸਾਨੂੰ 1-1 ਲੱਖ ਰੁਪਏ ਦੀ ਮਦਦ ਦਿੱਤੀ ਗਈ। ਉਸ ਵੇਲੇ ਜਦੋਂ ਉਹਨਾਂ ਨੂੰ ਜਾਣਕਾਰੀ? ਹਾਂਜੀ ਜੀ। ਤੇ 16 ਵਿੱਚ, 16 ਤੋਂ ਬਾਅਦ 'ਚ 17 'ਚ ਫਿਰ ਇਹ ਜਿਹੜਾ ਹੁਣ ਚੱਲਣ ਡਿਆ ਵਾ, ਇਹਦੇ ਵਿੱਚ ਕਿ ਅਸੀਂ ਇਹੀ ਕਹਿੰਦੇ ਆ ਕਿ ਅਸੀਂ ਇੰਨੇ ਜੋਗੇ ਨਹੀਂ ਸੀ, ਸਾਨੂੰ ਬਹੁਤ ਮੁਸ਼ਕਲਾਂ ਹੁੰਦੀਆਂ ਨੇ। ਤੇ ਚਲੋ ਜਿਸ ਤਰ੍ਹਾਂ ਵੀ ਹੋ ਸਕਦਾ ਵਾ ਸਾਡਾ ਇਹ ਕੇਸ, ਅਸੀਂ ਇਹ ਚਾਹੁੰਦੇ ਹਾਂ ਇੰਨੇ ਚਿਰ ਦੀ ਲੜਾਈ ਹੈ ਸਾਡੇ ਹੱਕ 'ਚ ਹੋਵੇ ਜੀ। ਜੀ। ਤੇ ਅਸੀਂ ਹਾਂ, ਬੜੀ ਲੰਬੀ ਲੜਾਈ ਹੋ ਗਈ 1991 ਤੋਂ ਲੈ ਕੇ ਤੇ ਹੁਣ ਤੱਕ 31 ਸਾਲ ਹੋ ਗਏ। ਹਾਂਜੀ, 31 ਸਾਲ ਹੋ ਗਏ ਨੇ। ਤੇ ਚਲੋ ਗੁਰੂ ਸਾਹਿਬ ਕਿਰਪਾ ਕਰਨ ਵੀ ਇਹ ਜਿਹੜਾ ਸਮਾਂ ਹੈ ਦੇਖੋ ਵਾਪਸ ਤੇ ਨਹੀਂ ਆਉਂਦਾ। ਮਹਾਰਾਜ ਵੀ ਕਹਿੰਦੇ ਨੇ ਵੀ ਜੋ ਹੁਣ ਹੋ ਗਿਆ। ਚਾਹੁੰਦੇ ਆ ਕਿ ਚਲੋ ਜਿਸ ਤਰ੍ਹਾਂ ਵੀ ਹੋਵੇ ਸਾਡਾ ਕੇਸ ਕਿਸੇ
ਲੱਗ ਜੇ, ਹਾਂਜੀ ਕਿਸੇ ਪਾਸੇ ਲੱਗ ਜੇ, ਜਿਹੜਾ ਵੀ ਭੈਣ ਭਰਾ ਜਿਸ ਤਰ੍ਹਾਂ ਵੀ ਸਾਡੇ ਵੀਰ ਜੀ ਹਰਜੋਤ ਸਿੰਘ ਆ ਸੋਢੀ ਵਕੀਲ ਸਾਹਿਬ ਵੀ ਸਾਡਾ ਕੇਸ ਜਿੱਤ ਗਏ, ਚਲੋ ਸਾਡੀ ਝੋਲੀ ਚ ਪਰਮਾਤਮਾ ਪਾਵੇ। ਜ਼ਰੂਰ ਜੀ ਜ਼ਰੂਰ। ਦੇਖੋ ਇਨਸਾਫ ਤੇ ਇਹੀ ਚੀਜ਼ ਇਸ ਤਰ੍ਹਾਂ ਜਿਹੜੇ ਸਾਡੇ ਹੁਣ ਇਸ ਟਾਈਮ 16 ਤੋਂ ਲੈ ਕੇ ਹੁਣ ਤੱਕ ਵਕੀਲ ਸਾਡੇ ਹੈਗੇ ਆ ਵਿਵੇਕ ਜੀ, ਹਾਂਜੀ ਵਿਵੇਕ ਕੁਮਾਰ ਰਾਏ, ਉਹਨਾਂ ਦਾ ਵੀ ਬਹੁਤ ਹੀ ਆ ਸਾਡੇ ਤੇ ਕਿ ਉਹ ਬੜੇ ਜ਼ੋਰ ਨਾਲ ਕੇਸ ਲੜਨ ਡਏ ਆ ਸਾਡੇ। ਹਾਂਜੀ ਹਾਂਜੀ। ਚਲੋ ਗੁਰੂ ਸਾਹਿਬ ਕਿਰਪਾ ਕਰਨ ਜੀ। ਮੈਂ ਇਹ ਬਿਆਨ ਜਿਹੜੇ ਨੇ, ਹਾਂਜੀ ਅਜੀਤ ਸਿੰਘ ਜੀ ਆਪ ਜੀ ਕੁਝ ਕਹਿਣਾ ਜੀ? ਮੈਂ ਇਹ ਚਾਹੁੰਦਾ ਜੀ ਵੀ ਇਹਨਾਂ ਦਾ ਤੇ ਵੇਖੋ ਇਹ ਤੇ ਅੰਦਰ ਦੇ ਬਜ਼ੁਰਗ ਨੇ, ਘਰ ਦੇ ਖੁਸ਼ ਹੋਣੇ ਆ ਜੀ ਵੀ ਘਰ ਦਾ ਗੰਦ ਜਿਹੜਾ ਉਹ ਪਿਆ ਵਾ ਉੱਥੇ ਜੇਲ੍ਹਾਂ 'ਚ, ਇਹਨਾਂ ਦੀ ਜਾਇਦਾਦ ਕੁਰਕੋਏ ਜਿਹੜੇ ਇਹਨਾਂ ਦੇ ਬੱਚੇ ਸ਼ਹੀਦ ਕੀਤੇ ਗਏ ਉਹਨਾਂ ਬੱਚਿਆਂ ਨੂੰ ਇਹਨਾਂ ਦੀ ਜਾਇਦਾਦ ਵੇਚ ਕੇ ਤੇ ਉਹਨਾਂ ਬੱਚਿਆਂ ਨੂੰ ਪ੍ਰਾਪਤੀ ਦਿੱਤੀ ਜਾਏ ਤੇ ਉਹਨਾਂ ਬਜ਼ੁਰਗਾਂ ਨੂੰ, ਮਾਵਾਂ ਨੂੰ ਦਿੱਤੀ ਜਾਏ, ਉਹਨਾਂ ਦੀਆਂ ਪਤਨੀਆਂ ਨੂੰ ਦਿੱਤੀ ਜਾਏ, ਜਿਹੜਾ ਆਪਣਾ ਚੰਗਾ ਜੀਵਨ ਆ ਬਜ਼ੁਰਗੀ ਵਾਲੇ ਉਹ ਕੱਟਣ ਜੀ। ਹਾਂਜੀ ਜੀ। ਦੂਜੀ ਗੱਲ ਆ ਗਈ ਜੀ ਇਹ ਜਿਹੜਾ ਝੂਠ ਮਾਰੀ ਜਾਂਦੇ ਨੇ ਅਜੇ ਵੀ ਆ ਹੋਇਆ ਵੇਖੋ ਸਾਡੇ ਇਹ ਪਤਨੀਆਂ ਨਾਲ ਸਨ, ਬੇਵਾਸ ਕਰਕੇ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਸੰਸਕਾਰ ਕੀਤੇ ਗਏ। ਹਾਂਜੀ ਕਿਉਂਕਿ ਪਤਨੀਆਂ ਦੇ ਨਾਲ ਸਨ, ਲਾਵਾਰਿਸ ਸੰਸਕਾਰ ਹੋਏ ਉਹਨਾਂ ਦੇ, ਉਹ ਕਿਹੜੇ ਕੱਲੇ ਜੰਗਲ ਚੋਂ ਫੜ ਲਏ ਵੀ ਇਹਨਾਂ ਨੂੰ ਪਤਾ ਨਹੀਂ ਲੱਗਦਾ ਤੇ ਲਾਵਾਰਿਸ ਕਰਕੇ ਸੰਸਕਾਰ ਕੀਤਾ ਸੀ ਬੇਵਾਸ ਕਰਕੇ। ਫਿਰ ਵੇਖੋ ਦੂਜੀ ਗੱਲ ਆ ਗਈ ਜੀ ਜੇ ਜੰਗਲ ਚੋਂ ਵੀ ਕੋਈ ਬੰਦੇ ਨੂੰ ਫੜ ਲੈਂਦੇ ਹੋ ਉਹ ਪੇਪਰ 'ਚ ਦਿੰਦੇ ਹੋ ਜੀ ਇਹ ਆ ਬੰਦਾ ਅੱਤਵਾਦੀ ਸੀ, ਇਹ ਫਲਾਣੇ ਜੰਗਲ ਚੋਂ ਫੜਿਆ ਗਿਆ ਵਾ, ਇਹਦਾ ਪਿੰਡ ਵੇਖੋ ਕਿਹੜਾ, ਇਹਦਾ ਥਾਣੇ ਤੋਂ ਪਤਾ ਕਰੋ ਕਿ ਕਿਹੜਾ। ਜਨਾਬ ਸਾਡੇ ਨਾਲ ਇੰਨਾ ਧੱਕਾ ਇਸ ਪੁਲਿਸ ਨੇ ਕੀਤਾ ਵਾ, ਇਹਨਾਂ ਨੂੰ ਫਾਇਦਾ ਹੁਕਮ ਹੋਣਾ ਚਾਹੀਦਾ ਤੇ ਇਹਨਾਂ ਨੂੰ ਮਾਮਲਾ ਮਿਲਣਾ ਚਾਹੀਦਾ। ਜੀ 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 ਹਾਂਜੀ। ਵਾਹਿਗੁਰੂ ਜੀ। ਸੋ ਗੁਰੂ ਰੂਪ ਸਾਧ ਸੰਗਤ ਜੀ, ਇਹ ਸਨ ਅਜੀਤ ਸਿੰਘ ਜੀ, ਬਲਵਿੰਦਰਜੀਤ ਜੀ ਤੇ ਸਵਰਨਜੀਤ ਜੀ, ਜਿਹੜੇ ਪੀਲੀਭੀਤ ਕਾਂਡ ਦੇ ਵਿੱਚ ਇਹਨਾਂ ਦੇ ਪਰਿਵਾਰ ਦੇ ਜੀ ਜਿਹੜੇ ਨੇ ਉਹ ਮਾਰੇ ਗਏ ਨੇ, ਐਨਕਾਊਂਟਰ ਕੀਤਾ ਗਿਆ ਤੇ ਹੁਣ ਤੱਕ ਉਹ ਇਨਸਾਫ ਦੀ ਲੜਾਈ ਇਸੇ ਪ੍ਰਕਾਰ ਨਾਲ ਲੜ ਰਹੇ ਨੇ। ਉਂਝ ਵੀ ਇਹ ਸਿੱਖਾਂ ਨਾਲ ਕੋਈ ਨਵੀਂ ਗੱਲ ਨਹੀਂ, ਇਸ ਪ੍ਰਕਾਰ ਦੀਆਂ ਲੜਾਈਆਂ ਸਿੱਖਾਂ ਨੂੰ ਇਸ ਦੇਸ਼ ਵਿੱਚ ਲੜਨੀਆਂ ਹੀ ਪਈਆਂ ਨੇ ਤੇ ਰੱਬ ਵੱਲੋਂ ਹੀ ਕੁਝ ਇਸ ਪ੍ਰਕਾਰ ਦੇ ਹਾਲਾਤ ਪੈਦਾ ਹੋਏ ਕਿ ਉਸ ਸਮੇਂ ਦੇ, ਪਰ ਜੋ ਸਮਾਂ ਬੀਤ ਗਿਆ ਉਸ ਤੋਂ ਬਾਅਦ ਇਹਨਾਂ ਨੂੰ ਅਗਰ ਸਿੱਖ ਕੌਮ ਦੇ ਜਿਹੜੇ ਆਗੂ ਹਨ ਜਾਂ ਹੋਰ ਜਿਹੜੇ ਸਿਰਮੌਰ ਕਹਾਉਣ ਵਾਲੇ ਨੇ ਉਹਨਾਂ ਨੂੰ ਵੀ ਇਹਨਾਂ ਪਰਿਵਾਰਾਂ ਦੀ ਬਾਂਹ ਫੜਨੀ ਚਾਹੀਦੀ। ਸਰਕਾਰ ਕੀ ਕਰੇਗੀ ਉਹ ਆਪਾਂ ਸਾਰੇ ਜਾਣਦੇ ਹੀ ਹਾਂ, ਸਰਕਾਰ ਦੀ ਸਟ੍ਰੈਟਜੀ ਕੀ ਹੁੰਦੀ ਹੈ ਔਰ ਕਿਸ ਢੰਗ ਦੇ ਨਾਲ ਸਰਕਾਰਾਂ ਕੰਮ ਕਰਦੀਆਂ ਨੇ। ਸੋ ਇਸ ਵੀਡੀਓ ਦੇ ਰਾਹੀਂ ਮੈਂ ਇਹੀ ਬੇਨਤੀ ਕਰਨੀ ਚਾਹਾਂਗਾ ਕਿ ਜਿਹੜੇ ਵੀ ਇਸ ਵੀਡੀਓ ਨੂੰ ਵੇਖ ਰਹੇ ਨੇ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਵਿੱਚ, ਉਹ ਸਾਰੇ ਇਹਨਾਂ ਪੀਲੀਭੀਤ ਕਾਂਡ ਦੇ ਜਿਤਨੇ ਵੀ 11 ਬੰਦੇ ਜਿਨ੍ਹਾਂ ਦਾ ਐਨਕਾਊਂਟਰ ਕੀਤਾ ਗਿਆ, ਉਹਨਾਂ ਦਾ ਪਰਿਵਾਰ ਜਿੱਥੇ ਵੀ ਵਸਦਾ ਹੈ ਜਾਂ ਰਹਿੰਦਾ ਹੈ ਉਹਨਾਂ ਦੀ ਬਾਂਹ ਫੜੀ ਜਾਵੇ ਤਾਂ ਕਿ ਇਹਨਾਂ ਦਾ ਦੁੱਖ ਜਿਹੜਾ ਹੈ ਉਹ ਥੋੜਾ ਘੱਟ ਹੋ ਸਕੇ ਔਰ ਇਹਨਾਂ ਦਾ ਪਰਿਵਾਰ ਸੁੱਖ ਸ਼ਾਂਤੀ ਦੇ ਨਾਲ ਆਪਣੀ ਅਗਲੀ ਜ਼ਿੰਦਗੀ ਬਿਤਾ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।